ਦੋ ਸੀਟਾਂ ਤੋਂ ਚੋਣ ਮੈਦਾਨ ਦੇ ਵਿੱਚ ਉਤਰਨਗੇ ਸੀਐਮ ਚੰਨੀ। ਕਾਂਗਰਸ ਨੇ ਚਮਕੌਰ ਸਾਹਿਬ ਤੋਂ ਬਾਅਦ ਭਦੌੜ ਤੋਂ ਵੀ ਦਿੱਤੀ ਟਿਕਟ। ਸੋਮਵਾਰ ਨੂੰ ਭਰਨਗੇ ਨਾਮਜ਼ਦਗੀ। 8 ਉਮੀਦਵਾਰਾਂ ਦੀ ਲਿਸਟ ਜਾਰੀ। ਸੀਐਮ ਚੰਨੀ ਦੇ ਦੋ ਸੀਟਾਂ ਤੋਂ ਚੋਣਾਂ ਲੜਨ ਤੇ ਵਿਰੋਧੀਆਂ ਨੇ ਕੱਸਿਆ ਤੰਜ। ਕੇਜਰੀਵਾਲ ਬੋਲੇ ਸਾਡੇ ਸਰਵੇ ਤੋਂ ਡਰੀ ਕਾਂਗਰਸ। ਤਾਂ ਸੁਖਬੀਰ ਬੋਲੇ ਹਾਰ ਦੇ ਡਰ ਤੋਂ ਭੱਜੇ ਭਦੌੜ। ਨਾ ਅੰਗਦ ਨੂੰ ਟਿਕਟ ਨਾ ਆਮਲਾ ਨੂੰ ਦੂਜਾ ਮੌਕਾ। ਤਰਸੇਮ ਡੀਸੀ ਦਾ ਵੀ ਕੱਟਿਆ ਪੱਤਾ। ਤੇਜ਼ ਹੋਏ ਬਗਾਵਤ ਦੇ ਅਸਾਰ। ਨਵਾਂ ਸ਼ਹਿਰ ਤੋਂ ਸੈਣੀ ਨੇ ਆਜ਼ਾਦ ਉਤਰਨ ਦਾ ਕੀਤਾ ਐਲਾਨ। ਸੋਮਵਾਰ ਨੂੰ ਪੰਜਾਬ ਦੇ ਦਿੱਗਜ ਦਾਖਲ ਕਰਨਗੇ ਨਾਮਜ਼ਦਗੀਆਂ। ਭਦੌੜ ਤੋਂ ਸੀਐਮ ਚੰਨੀ, ਪਟਿਆਲਾ ਸ਼ਹਿਰੀ ਤੋਂ ਕੈਪਟਨ ਅਮਰਿੰਦਰ, ਲੰਬੀ ਤੋਂ ਪ੍ਰਕਾਸ਼ ਸਿੰਘ ਬਾਦਲ ਤੇ ਜਲਾਲਾਬਾਦ ਤੋਂ ਸੁਖਬੀਰ ਸਿੰਘ ਬਾਦਲ ਭਰਨਗੇ ਨੋਮੀਨੇਸ਼ਨ। ਸਿਰਫ ਅੰਮ੍ਰਿਤਸਰ ਈਸਟ ਤੋਂ ਹੀ ਚੋਣਾਂ ਲੜ ਸਕਦੇ ਨੇ ਬਿਕਰਮ ਮਜੀਠੀਆ। ਸਿੱਧੂ ਦੇ ਹਲਕੇ ਦੇ ਵਿੱਚ ਜਾ ਕੇ ਦਿੱਤੇ ਸੰਕੇਤ। ਕਿਹਾ ਸਿੱਧੂ ਦੇ ਰੰਜ ਵੀ ਕੱਢ ਦਿਆਂ। ਕੇਜਰੀਵਾਲ ਦਾ ਸਿੱਧੂ ਅਤੇ ਮਜੀਠੀਆ ਤੇ ਵੱਡਾ ਹਮਲਾ। ਕਿਹਾ ਦੋਵੇਂ ਸਿਆਸੀ ਹਾਥੀ ਦਿੱਗਜਾਂ ਦੀ ਲੜਾਈ ਦੇ ਵਿੱਚ ਪਿਛੜੇ ਲੋਕਾਂ ਦੇ ਮੁੱਦੇ ਦੋਵੇਂ ਇੱਕ ਦੂਜੇ ਨੂੰ ਕੱਢ ਰਹੇ ਨੇ ਗਲ। ਮੁਕਤਸਰ ਦੇ ਵਿੱਚ ਪ੍ਰਚਾਰ ਦੇ ਲਈ ਪਹੁੰਚੇ ਕੇਂਦਰੀ ਮੰਤਰੀ ਕੈਲਾਸ਼ ਚੌਧਰੀ ਦਾ ਵਿਵਾਦਿਤ ਬਿਆਨ। ਕਿਹਾ ਪਾਕਿਸਤਾਨ ਨੂੰ ਖੁਸ਼ੀ ਨਹੀਂ ਦੇਣੀ ਤਾਂ ਬੀਜੇਪੀ ਜਿਤਾਓ। ਸਤਿ ਸ੍ਰੀ ਅਕਾਲ, ਸਵਾਗਤ ਹੈ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ। ਬੁਲੇਟਿਨ ਦਾ ਆਗਾਜ਼ ਕਰਾਂਗੇ ਫਟਾਫਟ ਖਬਰਾਂ ਦੇ ਨਾਲ। ਵਿਧਾਨ ਸਭਾ ਚੋਣਾਂ ਦੇ ਲਈ ਕਾਂਗਰਸ ਨੇ ਆਪਣੀ ਆਖਰੀ ਸੂਚੀ ਜਾਰੀ ਕਰ ਦਿੱਤੀ ਹੈ। 8 ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਚੰਨੀ ਨੂੰ ਭਦੌੜ ਤੋਂ ਵੀ ਟਿਕਟ ਦਿੱਤੀ ਗਈ ਹੈ। ਮੁੱਖ ਮੰਤਰੀ ਚੰਨੀ ਹੁਣ ਚਮਕੌਰ ਸਾਹਿਬ ਦੇ ਨਾਲ ਭਦੌੜ ਵਿਧਾਨ ਸਭਾ ਹਲਕੇ ਤੋਂ ਵੀ ਚੋਣ ਲੜਨਗੇ, ਜਿੱਥੋਂ ਸੋਮਵਾਰ ਨੂੰ ਆਪਣੀ ਨੋਮੀਨੇਸ਼ਨ ਦਾਖਲ ਕਰਨਗੇ। ਕਾਂਗਰਸ ਨੇ 3 ਮੌਜੂਦਾ ਵਿਧਾਇਕਾਂ ਦੀ ਟਿਕਟ ਕੱਢ ਦਿੱਤੀ ਹੈ। ਪਾਰਟੀ ਨੇ ਨਾ ਅੰਗਦ ਸੈਣੀ ਨੂੰ ਟਿਕਟ ਦਿੱਤੀ ਹੈ ਤੇ ਨਾ ਹੀ ਰਮਿੰਦਰ ਸਿੰਘ ਆਮਲਾ ਨੂੰ ਦੂਜਾ ਮੌਕਾ ਦਿੱਤਾ। ਇਸੇ ਤਰ੍ਹਾਂ ਤਰਸੇਮ ਡੀਸੀ ਦੀ ਵੀ ਟਿਕਟ ਕੱਢ ਦਿੱਤੀ ਗਈ। ਟਿਕਟ ਨਾ ਮਿਲਣ ਤੋਂ ਬਾਅਦ ਅੰਗਦ ਸੈਣੀ ਨੇ ਆਜ਼ਾਦ ਉਮੀਦਵਾਰ ਦੇ ਵਜੋਂ ਚੋਣ ਲੜਨ ਦਾ ਐਲਾਨ ਕੀਤਾ ਹੈ ਤੇ ਸੋਮਵਾਰ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਗੱਲ ਕਹੀ ਹੈ। ਮੁੱਖ ਮੰਤਰੀ ਚੰਨੀ ਦੇ ਵੱਲੋਂ 2 ਸੀਟਾਂ ਤੋਂ ਚੋਣ ਲੜਨ ਤੇ ਕੇਜਰੀਵਾਲ ਨੇ ਸ਼ਬਦੀ ਵਾਰ ਕੀਤਾ ਤੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਸਰਵੇ ਸੱਚ ਸਾਬਤ ਹੋਇਆ ਤੇ ਚੰਨੀ ਚਮਕੌਰ ਸਾਹਿਬ ਤੋਂ ਹਾਰ ਰਹੇ ਨੇ। ਉਧਰ ਸੁਖਬੀਰ ਬਾਦਲ ਨੇ ਵੀ ਚੰਨੀ ਤੇ ਤੰਜ ਕੱਸਿਆ ਤੇ ਕਿਹਾ ਕਿ ਉਹ ਡਰ ਦੇ ਮਾਰੇ ਭਦੌੜ ਤੋਂ ਚੋਣ ਲੜਨ ਗਏ ਨੇ, ਕਿਉਂਕਿ ਚਮਕੌਰ ਸਾਹਿਬ ਦੇ ਵਿੱਚ ਲੋਕਾਂ ਨੂੰ ਉਹਨਾਂ ਤੋਂ ਨਫ਼ਰਤ ਹੈ। ਪਟਿਆਲਾ ਤੋਂ ਕਾਂਗਰਸ ਦੀ ਟਿਕਟ ਮਿਲਣ ਤੋਂ ਬਾਅਦ ਵਿਸ਼ਨੂੰ ਸ਼ਰਮਾ ਦਾ ਭਰਵਾਂ ਸਵਾਗਤ ਹੋਇਆ। ਉਹਨਾਂ ਨੇ ਆਪਣੀ ਜਿੱਤ ਦਾ ਦਾਅਵਾ ਕੀਤਾ ਤੇ ਕਿਹਾ ਕਿ ਇਸ ਵਾਰ ਵੀ ਕਾਂਗਰਸ ਦੀ ਵੋਟ ਵਧੇਗੀ। ਸੂਬੇ ਦੇ ਵਿੱਚ ਚੋਣਾਂ ਨੂੰ ਲੈ ਕੇ ਨਾਮਜ਼ਦਗੀਆਂ ਭਰਨ ਦਾ ਦੌਰ ਚੱਲ ਰਿਹਾ। ਸੋਮਵਾਰ ਨੂੰ ਮੁੱਖ ਮੰਤਰੀ ਚੰਨੀ, ਕੈਪਟਨ ਅਮਰਿੰਦਰ ਸਿੰਘ, ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਦੇ ਵੱਲੋਂ ਆਪਣੇ ਨੋਮੀਨੇਸ਼ਨ ਭਰੇ ਜਾਣਗੇ। ਉਧਰ ਬਿਕਰਮ ਮਜੀਠੀਆ ਨੇ ਸੰਕੇਤ ਦਿੱਤੇ ਨੇ ਕਿ ਉਹ ਮਜੀਠਾ ਵਿਧਾਨ ਸਭਾ ਹਲਕਾ ਛੱਡ ਕੇ ਅੰਮ੍ਰਿਤਸਰ ਪੂਰਬੀ ਤੋਂ ਚੋਣ ਲੜਨਗੇ। ਉਹਨਾਂ ਕਿਹਾ ਕਿ ਉਹ ਇੱਥੋਂ ਚੋਣ ਲੜ ਕੇ ਸਿੱਧੂ ਦਾ ਰਾਂਝਾ ਰਾਜ਼ੀ ਕਰ ਦੇਣਗੇ। ਸਿੱਧੂ ਨੇ ਮਜੀਠੀਆ ਨੂੰ ਅੰਮ੍ਰਿਤਸਰ ਈਸਟ ਤੋਂ ਹੀ ਸਿਰਫ ਈਸਟ ਤੋਂ ਹੀ ਚੋਣ ਲੜਨ ਦੀ ਚੁਣੌਤੀ ਦਿੱਤੀ ਸੀ। ਮੁਕਤਸਰ ਸਾਹਿਬ ਦੇ ਵਿੱਚ ਕੇਂਦਰੀ ਰਾਜ ਮੰਤਰੀ ਕੈਲਾਸ਼ ਚੌਧਰੀ ਨੇ ਵਿਵਾਦਿਤ ਬਿਆਨ ਦਿੱਤਾ ਤੇ ਲੋਕਾਂ ਨੂੰ ਕਿਹਾ ਕਿ ਜੋ ਪਾਕਿਸਤਾਨ ਨੂੰ ਖੁਸ਼ੀ ਨਹੀਂ ਦੇਣਾ ਚਾਹੁੰਦੇ ਤਾਂ ਬੀਜੇਪੀ ਨੂੰ ਜਿਤਾਉਣ। ਕੈਲਾਸ਼ ਚੌਧਰੀ ਮੁਕਤਸਰ ਸਾਹਿਬ ਤੋਂ ਬੀਜੇਪੀ ਦੇ ਉਮੀਦਵਾਰ ਰਾਜੇਸ਼ ਪਠੇਲਾ ਗੋਰਾ ਦੇ ਪ੍ਰਚਾਰ ਦੇ ਲਈ ਪਹੁੰਚੇ ਹੋਏ ਸਨ। ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਬਟਾਲਾ ਤੋਂ ਨਾ ਤਾਂ ਉਹ ਅਤੇ ਨਾ ਹੀ ਉਹਨਾਂ ਦਾ ਬੇਟਾ ਚੋਣ ਲੜੇਗਾ। ਬਾਜਵਾ ਨੇ ਕਾਂਗਰਸ ਦੇ ਵੱਲੋਂ ਮੁੱਖ ਮੰਤਰੀ ਚਿਹਰੇ ਦੇ ਲਈ ਚੰਨੀ ਦੀ ਵਕਾਲਤ ਵੀ ਕੀਤੀ। ਕਾਂਗਰਸ ਵਿਧਾਇਕ ਕੁਲਦੀਪ ਵੈਦ ਦੇ ਭਰਾ ਸਰਬਜੀਤ ਸਿੰਘ ਵੈਦ ਬੀਜੇਪੀ 'ਚ ਸ਼ਾਮਲ ਹੋ ਗਏ ਨੇ। ਭਾਜਪਾ ਆਗੂ ਮੀਨਾਕਸ਼ੀ ਲੇਖੀ ਨੇ ਉਹਨਾਂ ਦਾ ਪਾਰਟੀ ਦੇ ਵਿੱਚ ਸਵਾਗਤ ਕੀਤਾ। ਮੋਗਾ ਦੇ ਧਰਮਕੋਟ ਦੇ ਵਿੱਚ ਅਕਾਲੀ ਦਲ ਸੰਯੁਕਤ ਦੇ ਕਈ ਅਹੁਦੇਦਾਰ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਏ। ਅਕਾਲੀ ਆਗੂ ਜਥੇਦਾਰ ਤੋਤਾ ਸਿੰਘ ਦੀ ਰਿਹਾਇਸ਼ ਦੇ ਉੱਤੇ ਅਹੁਦੇਦਾਰਾਂ ਨੇ ਅਕਾਲੀ ਦਲ ਦਾ ਪੱਲਾ ਫੜਿਆ।
ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪ੍ਰਚਾਰ ਦਾ ਜ਼ਿੰਮਾ ਸੰਭਾਲਿਆ ਤੇ ਮੌੜ ਤੋਂ ਅਕਾਲੀ ਉਮੀਦਵਾਰ ਜਗਮੀਤ ਸਿੰਘ ਬਰਾੜ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ। ਇਸ ਮੌਕੇ ਉਹਨਾਂ ਕਾਂਗਰਸ ਤੇ ਆਮ ਆਦਮੀ ਪਾਰਟੀ ਤੇ ਵੀ ਨਿਸ਼ਾਨੇ ਸਾਧੇ। ਬੰਗਾ ਤੋਂ ਅਕਾਲੀ ਬਸਪਾ ਦੇ ਸਾਂਝੇ ਉਮੀਦਵਾਰ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਨੇ ਪ੍ਰਚਾਰ ਦੀ ਕਮਾਨ ਸੰਭਾਲੀ ਹੈ ਤੇ ਡੋਰ ਟੂ ਡੋਰ ਪ੍ਰਚਾਰ ਕੀਤਾ। ਇਸ ਮੌਕੇ ਉਹਨਾਂ ਕਾਂਗਰਸ ਤੇ ਆਪਣੇ ਵਾਅਦੇ ਪੂਰੇ ਨਾ ਕਰਨ ਦਾ ਇਲਜ਼ਾਮ ਲਗਾਇਆ। ਗੜਸ਼ੰਕਰ ਤੋਂ ਕਾਂਗਰਸੀ ਉਮੀਦਵਾਰ ਅਮਰਪ੍ਰੀਤ ਸਿੰਘ ਲਾਲੀ ਨੇ ਚੋਣ ਪ੍ਰਚਾਰ ਕੀਤਾ ਤੇ ਕਿਹਾ ਕਿ ਕਾਂਗਰਸ ਛੱਡ ਕੇ ਦੂਜੀਆਂ ਪਾਰਟੀਆਂ ਦੇ ਵਿੱਚ ਜਾਣ ਵਾਲਿਆਂ ਨੂੰ ਲੋਕ ਮੂੰਹ ਨਹੀਂ ਲਗਾਉਣਗੇ। ਅਕਾਲੀ ਦਲ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਬੀਜੇਪੀ ਆਗੂ ਮਦਨ ਮੋਹਨ ਮਿੱਤਲ ਨੇ ਪਾਰਟੀ ਦੇ ਨਾਲ ਆਪਣੇ ਰਿਸ਼ਤੇ ਵੀ ਖਤਮ ਕਰ ਲਏ। ਉਹਨਾਂ ਆਪਣੇ ਘਰ ਦੀ ਛੱਤ ਤੇ ਲੱਗਿਆ ਬੀਜੇਪੀ ਦਾ ਝੰਡਾ ਵੀ ਉਤਾਰ ਦਿੱਤਾ। ਬੀਜੇਪੀ ਦੇ ਲੀਡਰ ਤਰੁਣ ਚੁੱਗ ਨਾਮਧਾਰੀ ਡੇਰੇ ਭੈਣੀ ਸਾਹਿਬ ਪਹੁੰਚੇ। ਇਸ ਦੌਰਾਨ ਉਹਨਾਂ ਨੇ ਕਾਂਗਰਸ ਤੇ ਅਕਾਲੀ ਦਲ ਤੇ ਨਿਸ਼ਾਨਾ ਸਾਧਿਆ ਤੇ ਈਡੀ ਨੂੰ ਲੈ ਕੇ ਤਰੁਣ ਚੁੱਗ ਨੇ ਦਾਅਵਾ ਕੀਤਾ ਕਿ ਭ੍ਰਿਸ਼ਟ ਲੋਕਾਂ ਦੇ ਖਿਲਾਫ ਕਾਰਵਾਈ ਹੋ ਰਹੀ ਹੈ। ਜੀਜੇਪੀ ਦੇ ਆਗੂ ਦਿਗਵਿਜੇ ਚੌਟਾਲਾ ਨੇ ਸਿਰਸਾ ਦੇ ਡੱਬਵਾਲੀ ਹਲਕੇ ਦੇ ਕਈ ਪਿੰਡਾਂ ਦਾ ਦੌਰਾ ਕੀਤਾ। ਇਸ ਦੌਰਾਨ ਉਹਨਾਂ ਨੇ ਲੋਕਾਂ ਦੇ ਨਾਲ ਮੁਲਾਕਾਤ ਕਰਕੇ ਉਹਨਾਂ ਦੀ ਮੁਸ਼ਕਲਾਂ ਸੁਣੀਆਂ। ਕਰਨਾਲ ਪੁਲਿਸ ਨੇ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਤੇ ਕਬਾੜ ਦਾ ਕੰਮ ਕਰਨ ਵਾਲੇ ਇੱਕ ਦੁਕਾਨਦਾਰ ਤੋਂ ਫਿਰੌਤੀ ਮੰਗਣ ਦਾ ਇਲਜ਼ਾਮ ਹੈ ਤੇ ਫਿਰੌਤੀ ਨਾ ਦੇਣ ਤੇ ਮੁਲਜ਼ਮਾਂ ਨੇ ਦੁਕਾਨਦਾਰ ਨੂੰ ਅਗਵਾ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ। ਭਿਵਾਨੀ ਪੁਲਿਸ ਨੇ ਏਟੀਐਮ ਬਦਲ ਕੇ ਪੈਸੇ ਕਢਵਾਉਣ ਦੇ ਮਾਮਲੇ ਦੇ ਵਿੱਚ ਇੱਕ ਸ਼ਖਸ ਨੂੰ ਕਾਬੂ ਕੀਤਾ ਹੈ। ਮੁਲਜ਼ਮ ਤੋਂ ਪੁਲਿਸ ਨੇ 80,000 ਰੁਪਏ ਵੀ ਬਰਾਮਦ ਕੀਤੇ ਨੇ। ਮੁਲਜ਼ਮ ਰਿਟਾਇਰਡ ਫੌਜੀ ਹੈ। ਸ਼ਰਾਬ ਦੇ ਨਸ਼ੇ ਨੂੰ ਪੂਰਾ ਕਰਨ ਦੇ ਲਈ ਲੋਕਾਂ ਨਾਲ ਠੱਗੀ ਮਾਰ ਰਿਹਾ ਸੀ। ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਸੋਮਵਾਰ ਨੂੰ ਸੰਸਦ ਦੇ ਵਿੱਚ ਸਾਲ 2021-2022 ਦੇ ਲਈ ਆਰਥਿਕ ਸਰਵੇ ਪੇਸ਼ ਕਰਨਗੇ। ਇਸ ਤੋਂ ਪਹਿਲਾਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਸੰਸਦ ਦੇ ਦੋਵੇਂ ਸਦਨਾਂ ਨੂੰ ਸੰਬੋਧਨ ਕਰਨਗੇ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕੇਂਦਰ ਦੇ ਖਿਲਾਫ ਮੋਰਚਾ ਖੋਲ੍ਹਿਆ ਤੇ ਕੇਂਦਰ ਤੇ ਕਿਸਾਨਾਂ ਦੇ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਦਾ ਇਲਜ਼ਾਮ ਲਗਾਇਆ ਅਤੇ ਕਿਹਾ ਕਿ ਸੋਮਵਾਰ ਨੂੰ ਦੇਸ਼ ਭਰ ਦੇ ਵਿੱਚ ਵਿਸ਼ਵਾਸਘਾਤ ਦਿਵਸ ਮਨਾਇਆ ਜਾਵੇਗਾ। ਐਮਐਸਪੀ ਦੀ ਮੰਗ ਨੂੰ ਲੈ ਕੇ ਕਿਸਾਨਾਂ ਨੇ ਸਿੰਘੂ ਬਾਰਡਰ ਤੋਂ ਪੈਦਲ ਮਾਰਚ ਕੀਤਾ। ਕਿਸਾਨਾਂ ਨੇ ਖੁਦ ਨੂੰ ਲੋਹੇ ਦੀਆਂ ਜੰਜ਼ੀਰਾਂ ਦੇ ਨਾਲ ਬੰਨ੍ਹ ਕੇ ਪ੍ਰਦਰਸ਼ਨ ਕੀਤਾ ਤੇ ਜੰਤਰ ਮੰਤਰ ਦੇ ਵੱਲ ਵਧੇ ਕਿਸਾਨਾਂ ਨੂੰ ਪੁਲਿਸ ਨੇ ਰਾਹ ਦੇ ਵਿੱਚ ਹੀ ਰੋਕ ਲਿਆ। ਦੇਸ਼ ਦੇ ਖਿਲਾਫ ਖੇਡੀ ਜਾਣ ਵਾਲੀ 3 T20 ਮੈਚਾਂ ਦੀ ਲੜੀ ਦੇ ਲਈ ਵੈਸਟਇੰਡੀਜ਼ ਨੇ 16 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਕੈਰਨ ਪੋਲਾਰਡ ਨੂੰ ਟੀਮ ਦੀ ਕਪਤਾਨੀ ਸੌਂਪੀ ਗਈ ਹੈ। ਸਪੇਨ ਦੇ ਟੈਨਿਸ ਖਿਡਾਰੀ ਰਾਫੇਲ ਨਡਾਲ ਨੇ ਇਤਿਹਾਸ ਸਿਰਜਿਆ ਤੇ ਆਸਟ੍ਰੇਲੀਅਨ ਓਪਨ ਜਿੱਤ ਕੇ 21ਵਾਂ ਗ੍ਰੈਂਡ ਸਲੈਮ ਆਪਣੇ ਨਾਮ ਕਰ ਲਿਆ। ਪੁਰਸ਼ ਸਿੰਗਲ ਦੇ ਵਿੱਚ ਸਭ ਤੋਂ ਵੱਧ ਗ੍ਰੈਂਡ ਸਲੈਮ ਜਿੱਤਣ ਵਾਲੇ ਨਡਾਲ ਦੁਨੀਆ ਦੇ ਪਹਿਲੇ ਖਿਡਾਰੀ ਬਣ ਗਏ ਨੇ। ਹੁਣ ਅੱਗੇ ਵਧਦੇ ਹਾਂ ਤੇ ਖਬਰਾਂ ਵਿਸਥਾਰ ਦੇ ਨਾਲ ਦੇਖਾਂਗੇ। ਗੱਲ ਹੋਵੇਗੀ ਨਾਮਜ਼ਦਗੀਆਂ ਦੀ। ਮਿਸ਼ਨ ਨੋਮੀਨੇਸ਼ਨ ਜਾਰੀ ਹੈ ਔਰ ਸੋਮਵਾਰ ਤੇ ਮੰਗਲਵਾਰ ਹੁਣ 2 ਦਿਨ ਹੀ ਬਾਕੀ ਨੇ ਜਦੋਂ ਨੋਮੀਨੇਸ਼ਨ ਫਾਈਲ ਕਰਨਾ ਹੋਵੇਗਾ। ਹਰ ਇੱਕ ਕੈਂਡੀਡੇਟ ਨੂੰ ਜੋ ਜਿਸ ਵਿਧਾਨ ਸਭਾ ਹਲਕੇ ਤੋਂ ਚੋਣ ਮੈਦਾਨ ਦੇ ਵਿੱਚ ਉਤਰਨਾ ਚਾਹੁੰਦਾ ਹੈ ਤੇ ਸੋਮਵਾਰ ਦਾ ਦਿਨ ਬਹੁਤ ਹਲਚਲ ਵਾਲਾ ਰਹਿਣ ਦੀ ਉਮੀਦ ਹੈ ਕਿਉਂਕਿ ਦਿੱਗਜ ਪੰਜਾਬ ਦੀ ਸਿਆਸਤ ਦੇ ਨਾਮਜ਼ਦਗੀਆਂ ਭਰਦੇ ਹੋਏ ਨਜ਼ਰ ਆਉਣਗੇ। ਮੁੱਖ ਮੰਤਰੀ ਚੰਨੀ ਭਦੌੜ ਤੋਂ ਆਪਣੀ ਨਾਮਜ਼ਦਗੀ ਫਾਈਲ ਕਰਨਗੇ। ਉੱਥੇ ਹੀ ਸਾਬਕਾ ਸੀਐਮ ਕੈਪਟਨ ਅਮਰਿੰਦਰ ਸਿੰਘ ਪਟਿਆਲਾ ਸ਼ਹਿਰੀ ਤੋਂ ਆਪਣੀ ਨੋਮੀਨੇਸ਼ਨ ਫਾਈਲ ਕਰਨਗੇ। ਉਧਰ ਲੰਬੀ ਤੋਂ ਇੱਕ ਵਾਰ ਫਿਰ ਪ੍ਰਕਾਸ਼ ਸਿੰਘ ਬਾਦਲ ਅਕਾਲੀ ਦਲ ਦੇ ਉਮੀਦਵਾਰ ਨੇ ਉਹਨਾਂ ਦੇ ਵੱਲੋਂ ਨੋਮੀਨੇਸ਼ਨ ਫਿਲ ਕੀਤੀ ਜਾਏਗੀ। ਜਲਾਲਾਬਾਦ ਤੋਂ ਸੁਖਬੀਰ ਸਿੰਘ ਬਾਦਲ ਵੱਲੋਂ ਵੀ ਆਪਣੀ ਨਾਮਜ਼ਦਗੀ ਭਰੀ ਜਾਵੇਗੀ। ਤਾਂ ਸੋਮਵਾਰ ਦਾ ਦਿਨ ਲਾਜ਼ਮੀ ਤੌਰ ਤੇ ਖੂਬ ਹਲਚਲ ਭਰਿਆ ਦਿਨ ਰਹੇਗਾ ਜਦੋਂ ਵੱਡੇ ਸਿਆਸੀ ਦਿੱਗਜ ਚੋਣ ਮੈਦਾਨ ਦੇ ਵਿੱਚ ਰਸਮੀ ਤੌਰ ਦੇ ਉੱਤੇ ਉਤਰ ਆਉਣਗੇ ਕਿਉਂਕਿ ਨਾਮਜ਼ਦਗੀ ਭਰਨੀ ਹੁੰਦੀ ਹੈ। ਉਸ ਤੋਂ ਬਾਅਦ ਇਹਨਾਂ ਦੀ ਸਕਰੂਟਨੀ ਯਾਨੀ ਕਿ ਜਾਂਚ ਹੁੰਦੀ ਹੈ। ਫਿਰ ਉਸ ਤੋਂ ਬਾਅਦ ਜਾ ਕੇ ਵੋਟਾਂ ਵਾਲਾ ਦਿਨ ਆਉਂਦਾ ਹੈ ਜੋ ਇਸ ਵਾਰ ਹੈ 20 ਫਰਵਰੀ। ਤਾਂ 20 ਫਰਵਰੀ ਦਾ ਦਿਨ ਵੋਟਾਂ ਵਾਲਾ ਦਿਨ ਹੈ ਤੇ ਉਸ ਤੋਂ ਪਹਿਲਾਂ ਨਾਮਜ਼ਦਗੀਆਂ ਦਾ ਦੌਰ ਜਾਰੀ ਹੈ। ਨਾਮਜ਼ਦਗੀਆਂ ਦੌਰ ਆਪਣੇ ਆਖਰੀ ਦੌਰ ਦੇ ਵਿੱਚ ਹੈ ਕਿਉਂਕਿ 1 ਤਰੀਕ ਤੱਕ ਨਾਮਜ਼ਦਗੀਆਂ ਭਰੀਆਂ ਜਾਣੀਆਂ ਨੇ। ਫਿਰ ਉਸ ਤੋਂ ਬਾਅਦ 2 ਤਰੀਕ ਨੂੰ ਸਕਰੂਟਨੀ ਯਾਨੀ ਕਿ ਜਾਂਚ ਹੋਏਗੀ। 4 ਤਰੀਕ ਤੱਕ ਨਾਮਜ਼ਦਗੀਆਂ ਵਾਪਸ ਲਈਆਂ ਜਾ ਸਕਣਗੀਆਂ ਔਰ ਫਿਰ 20 ਤਰੀਕ ਨੂੰ ਵੋਟਾਂ ਪੈਣਗੀਆਂ। 10 ਮਾਰਚ ਨੂੰ ਨਤੀਜੇ ਆਉਣਗੇ। ਤਾਂ ਸੋਮਵਾਰ ਨੂੰ ਪੰਜਾਬ ਦੇ ਦਿੱਗਜ ਦਾਖਲ ਕਰਨ ਜਾ ਰਹੇ ਨੇ ਨਾਮਜ਼ਦਗੀਆਂ। ਉਹ ਵੀ ਤੁਹਾਨੂੰ ਦਿਖਾਉਂਦੇ ਆ ਕੌਣ-ਕੌਣ ਨਾਮਜ਼ਦਗੀ ਦਾਖਲ ਕਰਨ ਜਾ ਰਿਹਾ ਹੈ। ਤਾਂ ਭਦੌੜ ਤੋਂ ਮੁੱਖ ਮੰਤਰੀ ਚੰਨੀ ਨਾਮਜ਼ਦਗੀ ਦਾਖਲ ਕਰਨ ਜਾ ਰਹੇ ਨੇ।
ਚਮਕੌਰ ਸਾਹਿਬ ਤੋਂ ਵੀ ਲੜ ਰਹੇ ਨੇ ਤੇ ਇਸ ਵਾਰ ਭਦੌੜ ਤੋਂ ਵੀ 2 ਸੀਟਾਂ ਤੋਂ ਚੰਨੀ ਨੂੰ ਉਤਾਰਿਆ ਮੈਦਾਨ ਦੇ ਵਿੱਚ ਕਾਂਗਰਸ ਨੇ। ਪਟਿਆਲਾ ਸ਼ਹਿਰੀ ਤੋਂ ਕੈਪਟਨ ਅਮਰਿੰਦਰ ਸਿੰਘ ਆਪਣੀ ਨਾਮਜ਼ਦਗੀ ਭਰਨਗੇ। ਇਹ 4 ਵੱਡੇ ਨਾਮ ਨੇ ਪੰਜਾਬ ਦੀ ਸਿਆਸਤ ਦੇ ਜਿਨ੍ਹਾਂ ਦੇ ਵੱਲੋਂ ਨਾਮਜ਼ਦਗੀ ਭਰੀ ਜਾਣੀ ਹੈ। ਔਰ ਇਸ ਤਸਵੀਰ ਦੇ ਵਿੱਚ ਇਹਨਾਂ ਤਸਵੀਰਾਂ ਦੇ ਵਿੱਚ 3 ਮੁੱਖ ਮੰਤਰੀ ਦੇ ਅਹੁਦਿਆਂ ਉੱਤੇ ਰਹੇ ਤੇ 1 ਉਪ ਮੁੱਖ ਮੰਤਰੀ ਰਹੇ ਜੋ ਇਸ ਵਾਰ ਆਪਣੀ ਪਾਰਟੀ ਦੇ ਮੁੱਖ ਮੰਤਰੀ ਦਾ ਚਿਹਰਾ ਵੀ ਨੇ। ਜੀ ਹਾਂ, ਮੌਜੂਦਾ ਸੀਐਮ ਚਰਨਜੀਤ ਸਿੰਘ ਚੰਨੀ ਭਦੌੜ ਤੋਂ ਨਾਮਜ਼ਦਗੀ ਭਰਨਗੇ। ਉਸ ਤੋਂ ਬਾਅਦ ਸਾਬਕਾ ਸੀਐਮ ਪਟਿਆਲਾ ਸ਼ਹਿਰੀ ਤੋਂ, ਸਾਬਕਾ ਸੀਐਮ ਪ੍ਰਕਾਸ਼ ਸਿੰਘ ਬਾਦਲ ਲੰਬੀ ਤੋਂ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਲੜਨਗੇ ਚੋਣਾਂ ਇਸ ਵਾਰ ਜਲਾਲਾਬਾਦ ਤੋਂ। ਤਾਂ ਦਿੱਗਜ ਚੋਣ ਮੈਦਾਨ ਦੇ ਵਿੱਚ ਉਤਰ ਰਹੇ ਨੇ ਪਰ ਇਸ ਸਭ ਦੇ ਵਿਚਾਲੇ ਚੋਣ ਅਖਾੜਾ ਭਖ ਵੀ ਰਿਹਾ ਹੈ ਤੇ ਗਿੱਲ ਵਿਧਾਨ ਸਭਾ ਹਲਕੇ ਦਾ ਅਸੀਂ ਜ਼ਿਕਰ ਕਰਦੇ ਹਾਂ ਜਿੱਥੋਂ ਮੌਜੂਦਾ ਸਮੇਂ ਦੇ ਵਿੱਚ ਵਿਧਾਇਕ ਨੇ ਕੁਲਦੀਪ ਵੈਦ ਤੇ ਹੁਣ ਉਹਨਾਂ ਦੇ ਭਰਾ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਨੇ। ਕੁਲਦੀਪ ਵੈਦ ਦੇ ਭਰਾ ਨੇ ਬੀਜੇਪੀ ਜੁਆਇਨ ਕਰ ਲਿਆ। ਸਰਬਜੀਤ ਸਿੰਘ ਵੈਦ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਨੇ। ਬੀਜੇਪੀ ਦੇ ਵਿੱਚ ਸ਼ਾਮਲ ਹੋਏ, ਉਹਨਾਂ ਦਾ ਵੈਲਕਮ ਕੀਤਾ ਬੀਜੇਪੀ ਦੀ ਆਗੂ ਮੀਨਾਕਸ਼ੀ ਲੇਖੀ ਨੇ ਤੇ ਉਸ ਤੋਂ ਬਾਅਦ ਲੇਖੀ ਇਹ ਵੀ ਕਹਿੰਦੇ ਨਜ਼ਰ ਆਏ ਕਿ ਬੀਜੇਪੀ ਕਦੇ ਵੀ ਸੀਐਮ ਦਾ ਐਲਾਨ ਨਹੀਂ ਕਰਦੀ, ਇਸ ਕਰਕੇ ਇਸ ਵਾਰ ਵੀ ਨਹੀਂ ਕਰਾਂਗੇ ਐਲਾਨ। ਚੋਣਾਂ ਤੋਂ ਬਾਅਦ ਹੀ ਸੀਐਮ ਦਾ ਫੈਸਲਾ ਹੋਵੇਗਾ ਜੋ ਵਿਧਾਇਕ ਕਰਨਗੇ। ਤਾਂ ਕੁਲਦੀਪ ਵੈਦ ਦੇ ਭਰਾ ਕਾਂਗਰਸ ਦੇ ਐਮਐਲਏ ਨੇ ਕੁਲਦੀਪ ਵੈਦ, ਉਹਨਾਂ ਦੇ ਭਰਾ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਨੇ। ਕਾਂਗਰਸ ਵਿਧਾਇਕ ਕੁਲਦੀਪ ਸਿੰਘ ਵੈਦ ਦੇ ਭਰਾ ਨੇ ਅੱਜ ਭਾਜਪਾ 'ਚ ਸ਼ਮੂਲੀਅਤ ਕੀਤੀ ਹੈ। ਤੁਹਾਡਾ ਨਾਮ ਦੱਸੋ, ਤੁਸੀਂ ਸਗੇ ਭਰਾ? ਮੈਂ ਪੁਲਿਸ ਦੇ ਵਿੱਚ ਇੰਸਪੈਕਟਰ ਰਿਹਾ ਜੀ। ਸਰਬਜੀਤ ਸਿੰਘ ਵੈਦ ਮੇਰਾ ਨਾਂ ਆ। ਕੁਲਦੀਪ ਸਿੰਘ ਵੈਦ ਨੂੰ ਹਰੀਜਨਾਂ ਨਾਲੋਂ ਨਫ਼ਰਤ ਹੈ। ਹਾਂ, ਸਕਾ ਭਾਈ। ਤੁਹਾਡਾ ਫੈਮਿਲੀ ਰਿਲੇਸ਼ਨ ਕੀ ਹੈ ਕੁਲਦੀਪ ਸਿੰਘ? ਫੈਮਿਲੀ ਰਿਲੇਸ਼ਨ ਮੇਰਾ ਸਕਾ ਭਾਈ ਆ। ਹਾਂਜੀ, ਔਰ ਉਹਨੂੰ ਨਫ਼ਰਤ ਹੈ ਹਰੀਜਨਾਂ ਨਾਲੋਂ, ਸਭ ਨਾਲੋਂ ਨਫ਼ਰਤ ਹੈ। ਵੱਡੀਆਂ ਗੱਡੀਆਂ, ਫੋਰਚੂਨ ਤੋਂ ਉੱਤੇ ਗੱਡੀ ਹੈ ਜਿਹਦੇ ਕੋਲੇ, ਉਹ ਉਹਦੇ ਨਾਲ ਪਿਆਰ ਕਰਦਾ, ਉਹਨੂੰ ਮਿਲਦਾ। ਉਹਨੂੰ ਜੇ ਨਹੀਂ ਭਰਾ ਦਾ ਤੁਹਾਨੂੰ ਯਕੀਨ ਆਉਂਦਾ ਉਹਨੂੰ ਪੁੱਛੋ। ਐਸਐਸਪੀ ਸਰਦਾਰ ਰਜਿੰਦਰ ਸਿੰਘ ਜਲੰਧਰ ਤੋਂ ਸਾਡੇ ਸਕੇ ਬਣੇ ਨੇ, ਤੇਰੇ ਕੀ ਲੱਗਦੇ ਨੇ? ਬਸ ਹੋਰ ਦੱਸੋ। ਬੀਜੇਪੀ 'ਚ ਕਿਉਂ ਤੁਸੀਂ ਸ਼ਾਮਲ ਹੋਏ? ਕਿਉਂ ਸੋਚ ਕੇ? ਉਹਦੀ ਨਫ਼ਰਤ ਕਰਕੇ ਨਫ਼ਰਤ ਕਰ ਰਿਹਾ, ਹਰੀਜਨਾਂ ਨਾਲ ਨਫ਼ਰਤ ਕਰਦਾ। ਬੀਜੇਪੀ ਨੂੰ ਕੀ ਫਾਇਦਾ ਮਿਲੂਗਾ? ਤੁਹਾਨੂੰ ਕੀ ਫਾਇਦਾ ਮਿਲੂਗਾ? ਬੀਜੇਪੀ ਦਾ ਇਹ ਆ ਵੀ ਬੀਜੇਪੀ ਹਰ ਇੱਕ ਨੂੰ ਗੱਲ ਨਾਲ ਲਾਉਂਦੀ ਆ, ਚਾਹੇ ਗਰੀਬ ਹੈ, ਚਾਹੇ ਫੁੱਟਪਾਥ ਤੇ ਆ, ਚਾਹੇ ਅਸਮਾਨ ਤੇ ਆ, ਹਰ ਇੱਕ ਨੂੰ ਨਾਲ ਲਾਉਂਦੀ ਆ। ਇਹ ਸਿਰਫ ਕੋਠੀਆਂ ਵਾਲਿਆਂ ਦੇ, ਵੱਡੀਆਂ ਗੱਡੀਆਂ ਵਾਲਿਆਂ ਦੇ ਘਰੇ ਜਾਂਦਾ। ਕੁਲਦੀਪ ਸਿੰਘ ਵੈਦ ਤਾਂ ਐਮਐਲਏ ਨੇ, ਉਹਨਾਂ ਦੇ ਨਾਲ ਹੁਣ ਇਹ ਮੁਕਾਬਲਾ ਕਿਵੇਂ ਰਹੇਗਾ? ਤੁਸੀਂ ਜੁਆਇਨ ਕਰਕੇ ਕਿਵੇਂ ਕਰੋਗੇ? ਉਹਨੂੰ ਜਿਤਾਉਣ ਵਾਲੀ ਅਸੀਂ ਆ। ਉਹਨੂੰ ਹੁਣ ਕੋਈ ਵੋਟ ਨਹੀਂ ਪਾਉਂਦਾ, ਸਾਰੇ ਦਰਕਾਰ ਰਹੇ ਨੇ ਉਹਨੂੰ, ਇਸੇ ਕਰਕੇ ਨਫ਼ਰਤ ਕਰ ਰਿਹਾ। ਉਹ ਤਾਂ ਕਹਿੰਦੇ ਮੇਰੀ ਸਰਕਾਰ ਬਣ ਰਹੀ ਹੈ ਕਾਂਗਰਸ। ਸਵਾਲ ਹੀ ਨਹੀਂ ਪੈਦਾ ਹੁੰਦਾ ਉਹ ਜਿੱਤ ਜਵੇ। ਜਦੋਂ ਉਹਦੇ ਸਾਡਾ ਭਤੀਜਾ ਲੱਗਦਾ ਪਿੰਡੋਂ, ਸਾਹ ਗੁਰਦੇਵ ਸਿੰਘ, ਉਹਦੀ ਬਹੁਤ ਸੇਧ ਸੀ, ਉਹਦੇ ਭੋਗ ਤੇ ਨਹੀਂ ਗਿਆ। ਉਹਦਾ ਭਾਈ ਮਰਿਆ, ਸਾਡਾ ਭਤੀਜਾ 20 ਦਿਨ ਉਹਦੇ ਭੋਗ ਤੇ ਨਹੀਂ ਗਿਆ, ਉਹਨੂੰ ਮੁਸ਼ਕ ਮਾਰਦਾ। ਕੁਲਦੀਪ ਸਿੰਘ ਵੈਦ ਨੂੰ ਕੀ ਕਹਿਣਾ ਚਾਹੋਗੇ? ਤੁਹਾਨੂੰ ਸੁਣਦੇ ਹੋਣੇ ਹੋ। ਕਹਿਣਾ ਕੀ ਚਾਹੁੰਦੇ ਆ? ਬੰਦਿਆਂ ਨੂੰ ਆਪਣਾ ਕੰਮ ਕਰ, ਸਹੀ ਚੱਲ, ਠੀਕ ਹੈ ਨਹੀਂ ਗੱਲ? ਤਾਂ ਤੇਰੇ ਨਾਲ ਅਸੀਂ ਚੱਲੇ ਸੀਗੇ, ਸਹੀ ਸੀਗਾ। ਹੁਣ ਤਾਂ ਤੈਨੂੰ ਨਫ਼ਰਤ ਆਉਣ ਲੱਗੀ, ਅਸਮਾਨ ਤੇ ਪਹੁੰਚ ਗਿਆ ਤੂੰ ਤੇ ਗਰੀਬਾਂ ਨਾਲ। ਤੁਹਾਡੇ ਨਾਲ ਹੋਰ ਵੀ ਉਹਨਾਂ ਦੇ ਕੁਲਦੀਪ ਵੈਦ ਦੇ ਸਮਰਥਕ ਨੇ ਜੋ ਦੂਜੀ ਪਾਰਟੀਆਂ ਜਾਣਾ ਚਾਹੁੰਦੇ ਜਾਂ ਤੁਸੀਂ? ਆਹ ਦੇਖੋ, ਸਰਦਾਰ ਹਰਬੰਸ ਸਿੰਘ ਭੁੱਟਾ ਨੇ, ਇਹਨਾਂ ਨੇ ਬਹੁਤ ਮਿਲ ਕੇ ਕੰਮ ਕੀਤਾ ਮੇਰੇ ਨਾਲ। ਉਹਨੂੰ ਜਿਤਾਉਣ 'ਚ ਬਹੁਤ ਯੋਗਦਾਨ ਪਾਇਆ ਇਹਨਾਂ ਨੇ, ਪਰ ਇਹ ਫਿਰ ਇਹਨੂੰ ਛੱਡ ਕੇ ਆ ਰਹੇ ਨੇ। ਹੋਰ ਪਿੰਡਾਂ ਦੇ, ਕਈ ਪਿੰਡਾਂ ਦੇ ਨੇ ਸਰਪੰਚ ਨੇ ਜਿਨ੍ਹਾਂ ਨੇ ਉਹਨਾਂ ਤੋਂ ਬਗਾਵਤ ਕਰ ਲਈ ਆ, ਤੇ ਤੁਹਾਨੂੰ ਉਹ ਵੀ ਮਿਲਾ ਦਾਂਗੇ। ਕੰਮ ਸਹੀ ਕਰਦੇ ਨੇ, ਕਰਪਸ਼ਨ ਨਹੀਂ ਕਰਦੇ? ਬਹੁਤ ਵੱਡੀ ਕਰਪਸ਼ਨ ਕਰਦਾ ਉਹ, ਵੱਡਾ ਕਰਪਟ ਆਦਮੀ ਆ। ਤਾਂ ਉਹਨਾਂ ਦੇ ਭਰਾ ਨੇ ਕੁਲਦੀਪ ਸਿੰਘ ਵੈਦ ਦੇ, ਕਹਿੰਦੇ ਮੈਂ ਭਰਾ ਹਾਂ ਔਰ ਰਿਸ਼ਤੇਦਾਰੀ ਤੱਕ ਆਪਣੀ ਦੱਸ ਰਹੇ ਸੀਗੇ ਕਿ ਇੰਸਪੈਕਟਰ ਰਹੇ ਹੈ। ਲੇਕਿਨ ਕੁਲਦੀਪ ਸਿੰਘ ਵੈਦ ਦੀ ਕਾਰਗੁਜ਼ਾਰੀ ਦਾ ਜ਼ਰੂਰ ਜ਼ਿਕਰ ਕਰ ਰਹੇ ਸੀਗੇ ਕਿ ਕਰਪਸ਼ਨ ਕਰਦੇ ਨੇ, ਸਾਰ ਨਹੀਂ ਲਿੱਤੀ ਜਿਨ੍ਹਾਂ ਨੇ ਸਪੋਰਟ ਕੀਤੀ, ਔਰ तमाम ਹੋਰ ਸਰਪੰਚ ਨੇ, ਸਮਰਥਕ ਨੇ ਜੋ ਭਾਜਪਾ 'ਚ ਹੁਣ ਸ਼ਾਮਲ ਹੋਣਾ ਚਾਹੁੰਦੇ ਨੇ। ਕੈਮਰਾਮੈਨ ਸਨਮਜੀਤ ਦੇ ਨਾਲ ਅਮਨ ਭਾਰਦਵਾਜ, ਨਿਊਜ਼ 18 ਪੰਜਾਬ। ਤਾਂ ਕਾਂਗਰਸ ਦੀ ਲਿਸਟ ਦਾ ਵੀ ਹੁਣ ਜ਼ਿਕਰ ਕਰਦੇ ਹਾਂ। ਕਾਂਗਰਸ ਦੇ ਵੱਲੋਂ ਆਪਣੇ ਬਾਕੀ 8 ਉਮੀਦਵਾਰਾਂ ਦਾ ਵੀ ਐਲਾਨ ਕਰ ਦਿੱਤਾ ਗਿਆ ਤੇ ਨਵਾਂ ਸ਼ਹਿਰ ਤੋਂ ਟਿਕਟ ਕੱਟ ਦਿੱਤੀ ਗਈ ਮੌਜੂਦਾ ਵਿਧਾਇਕ ਅੰਗਦ ਸੈਣੀ ਦੀ। ਤੇ ਟਿਕਟ ਕੱਟੇ ਜਾਣ ਤੋਂ ਬਾਅਦ ਅੰਗਦ ਸੈਣੀ ਦੇ ਬਾਗੀ ਸੁਰ ਵੀ ਜ਼ਰੂਰ ਨਜ਼ਰ ਆ ਰਹੇ ਨੇ। ਬਾਗੀ ਹੋ ਗਏ ਨੇ ਅੰਗਦ ਸੈਣੀ ਤੇ ਕਹਿ ਰਹੇ ਨੇ ਕਿ ਆਜ਼ਾਦ ਉਮੀਦਵਾਰ ਦੇ ਤੌਰ ਦੇ ਉੱਤੇ ਸੋਮਵਾਰ ਨੂੰ ਮੈਂ ਪਰਚਾ ਭਰਾਂਗਾ। ਅੰਗਦ ਸੈਣੀ ਦੇ ਸਮਰਥਨ ਦੇ ਵਿੱਚ, ਉਹਨਾਂ ਦੇ ਸਮਰਥਕਾਂ ਦੇ ਵਿੱਚ ਅਸਤੀਫਿਆਂ ਦੀ ਝੜੀ ਲੱਗੀ ਹੈ। ਨਗਰ ਕੌਂਸਲ ਪ੍ਰਧਾਨ ਤੇ ਕੌਂਸਲਰਾਂ ਨੇ ਪਾਰਟੀ ਛੱਡ ਦਿੱਤੀ ਹੈ। ਵਿਧਾਇਕ ਸੈਣੀ ਦੀ ਰਿਹਾਇਸ਼ ਦੇ ਉੱਤੇ ਇਕੱਠ ਕਰਕੇ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ। ਸੋਮਵਾਰ ਨੂੰ ਅਗਲੀ ਰਣਨੀਤੀ ਦਾ ਐਲਾਨ ਕੀਤਾ ਜਾਵੇਗਾ। ਟਿਕਟ ਕੱਟਣ ਕਾਰਨ ਅੰਗਦ ਸੈਣੀ ਦੇ ਵੱਲੋਂ ਇਹ ਬਗਾਵਤ ਕੀਤੀ ਗਈ ਔਰ ਸਾਥ ਮਿਲਿਆ। ਇਹ ਬਹੁਤ ਇੰਪੋਰਟੈਂਟ ਹੈ ਕਿ ਵਿਧਾਇਕ ਇਕੱਲੇ ਨਜ਼ਰ ਨਹੀਂ ਆਏ, ਬਲਕਿ ਨਵਾਂਸ਼ਹਿਰ ਨਗਰ ਕੌਂਸਲ ਦੇ ਪ੍ਰਧਾਨ ਤੇ ਕਈ ਕੌਂਸਲਰਸ ਦੇ ਵੱਲੋਂ ਵੀ ਪਾਰਟੀ ਛੱਡਣ ਦਾ ਐਲਾਨ ਕਰ ਦਿੱਤਾ ਗਿਆ ਤੇ ਹੁਣ ਵਿਧਾਇਕ ਸੈਣੀ ਦੀ ਰਿਹਾਇਸ਼ ਦੇ ਉੱਤੇ ਇਕੱਠ ਵੀ ਹੋਇਆ।
ਸੋਮਵਾਰ ਨੂੰ ਅਗਲੀ ਰਣਨੀਤੀ ਦਾ ਐਲਾਨ ਕਰਨਗੇ। ਇਹ ਵੀ ਖਬਰਾਂ ਆਈਆਂ ਸਨ ਕਿ ਸੋਮਵਾਰ ਨੂੰ ਆਜ਼ਾਦ ਉਮੀਦਵਾਰ ਦੇ ਤੌਰ ਦੇ ਉੱਤੇ ਚੋਣ ਮੈਦਾਨ ਦੇ ਵਿੱਚ ਅੰਗਦ ਸੈਣੀ ਉਤਰ ਸਕਦੇ ਨੇ। ਕਾਂਗਰਸ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਕਿਉਂਕਿ ਨਵਾਂ ਸ਼ਹਿਰ ਦੀ ਜਿਹੜੀ ਕਾਂਗਰਸ ਆ ਉਹ ਸਰਦਾਰ ਅੰਗਦ ਸਿੰਘ ਹੀ ਨਵਾਂ ਸ਼ਹਿਰ ਦੀ ਕਾਂਗਰਸ ਆ। ਸਰਦਾਰ ਅੰਗਦ ਸਿੰਘ ਹੀ ਸਭ ਕੁਝ ਹੈ, ਕਿਉਂਕਿ ਪਿਛਲੇ 5 ਸਾਲ ਦੌਰਾਨ ਜੋ ਸਰਦਾਰ ਅੰਗਦ ਸਿੰਘ ਨੇ ਨਵਾਂ ਸ਼ਹਿਰ ਹਲਕੇ ਦੇ ਲਈ ਕੀਤਾ, ਉਸ ਪਾਰਟੀ ਲਈ ਕੀਤਾ ਜਿਨ੍ਹਾਂ ਨੇ ਕਿ ਅੱਜ ਬਿਨਾਂ ਕਿਸੇ ਕਾਰਨ ਤੇ ਘਰੇਲੂ ਕਾਰਨਾਂ ਕਰਕੇ ਆਪਣੀ ਈਗੋ ਨੂੰ ਦੇਖਦੇ ਹੋਏ ਜਿਹੜਾ ਇਹ ਫੈਸਲਾ ਕੀਤਾ, ਜਿਹੜਾ ਕਿ ਬਹੁਤ ਮੰਦਭਾਗਾ। ਮੈਂ ਇਸ ਫੈਸਲੇ ਦਾ ਪੁਰਜ਼ੋਰ ਵਿਰੋਧ ਕਰਦਾ ਤੇ ਕਾਂਗਰਸ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੰਦਾ। ਨਵਾਂ ਸ਼ਹਿਰ ਤੋਂ ਸਾਡੇ ਸਹਿਯੋਗੀ ਇਸ ਸਮੇਂ ਸ਼ੈਲੇਸ਼ ਸਾਡੇ ਨਾਲ ਜੁੜ ਰਹੇ ਨੇ ਫੋਨ ਲਾਈਨ ਤੇ। ਸ਼ੈਲੇਸ਼, ਜਾਣਨਾ ਚਾਹਾਂਗੇ ਤੁਹਾਡੇ ਕੋਲ ਇੱਕ ਨਗਰ ਕੌਂਸਲ ਦੇ ਪ੍ਰਧਾਨ ਦੇ ਨਾਲ ਕਿੰਨੇ ਕੌਂਸਲਰਾਂ ਨੇ ਕਾਂਗਰਸ ਛੱਡ ਦਿੱਤੀ ਹੈ? जी बिल्कुल, ये जो देख रहे हो कि नवांसर ਦੇ 11 ਕੌਂਸਲਰ ਸੀਗੇ ਉਹ ਅਜੇ ਰਾਹੋਂ ਦੇ ਸੀਗੇ, ਸਾਰੇ ਨੇ ਆਪਣੇ ਮੁਰਲੀ ਇਸ ਦਸਾ ਇਸਤੀਫਾ ਦੇ ਦਿੱਤਾ। ਨਾਲ ਮੰਡੀ ਬੋਰਡ ਦੇ ਚੇਅਰਮੈਨ ਸੀਗੇ, ਇੰਪਰੂਵਮੈਂਟ ਦੇ ਚੇਅਰਮੈਨ, ਬਲਾਕ ਸਮਿਤੀ ਦੇ ਮੈਂਬਰ ਸੀਗੇ, ਸਾਰੇ ਜਿਹੜੇ ਵੀ ਸਾਰੇ ਇਹਨਾਂ ਦੇ ਕਾਂਗਰਸ ਦੇ ਵਰਕਰ ਸੀਗੇ ਉਹ ਸਾਰੇ ਮੁਰਲੀ ਆਪਣੇ ਮੈਂਬਰਸ਼ਿਪ ਇਸਤੀਫਾ ਦੇ ਦਿੱਤਾ। ਲੇਕਿਨ ਹਲੇ ਤੱਕ ਉਹਨਾਂ ਦੇ ਕੋਠੀ 'ਚ ਅੰਗਦ ਦੀ ਕੋਠੀ 'ਚ ਹਜ਼ਾਰੋਂ ਜਿਹੜੇ ਵਰਕਰ ਨੇ ਸਾਰੇ ਮੌਜੂਦ ਨੇ ਔਰ ਸਾਰਾ ਰੋਸ ਪਾਇਆ ਜਾ ਰਿਹਾ ਕਿ ਜਦੋਂ ਉਹਨਾਂ ਨੂੰ ਜੋ ਟਿਕਟ ਨਹੀਂ ਦਿੱਤੀ ਹੈ ਕਾਂਗਰਸ ਹਾਈਕਮਾਂਡ ਵੱਲੋਂ, ਉਹਨਾਂ ਨੂੰ ਸਾਰੇ ਰੋਸ ਨੇ ਔਰ ਸਾਰੇ ਨਿੰਦਾ ਕਰ ਰਹੇ ਨੇ ਕਿ ਜਿਹੜੇ ਇਹ ਕੀਤਾ ਬਹੁਤ ਗਲਤ ਕੀਤਾ ਗਿਆ। ਉਹਨਾਂ ਨੇ ਇਹ ਵੀ ਸਰਾਮ ਕਿ ਜਿਹੜੇ ਬੰਦੇ ਟਿਕਟ ਦਿੱਤਾ ਗਿਆ ਸਪੀਡ ਪਲੀ ਚੱਕੀ ਨੂੰ, ਜਿਹੜੇ ਇਲੈਕਸ਼ਨ ਹੁੰਦੀ ਹੈ ਤਾਂ ਉਹਨਾਂ ਨੂੰ ਕਾਫੀ ਨੁਕਸਾਨ ਸਹਿਣਾ ਪਏਗਾ ਔਰ ਜਿਹੜੇ ਇਹ ਵਰਕਰ ਨੇ ਇਹ ਉਹਨਾਂ ਨੂੰ ਵੋਟ ਨਹੀਂ ਪਾਉਣਗੇ ਔਰ ਉਹਨਾਂ ਦੇ ਮਤ ਪੇਟੀ ਖਾਲੀ ਭੇਜਣਗੇ। ਜੀ, ਇਹ ਸਿਰਫ ਨਗਰ ਕੌਂਸਲ ਦੇ ਪ੍ਰਧਾਨ ਜਾਂ ਕੌਂਸਲਰਾਂ ਤੱਕ ਸੀਮਿਤ ਸੀ ਜਾਂ ਕੋਈ ਪਿੰਡਾਂ ਦੇ ਸਰਪੰਚ ਵੀ ਪਹੁੰਚੇ ਨੇ ਅੰਗਦ ਸੈਣੀ ਦੇ ਸਮਰਥਨ 'ਚ? ਜੀ ਬਿਲਕੁਲ, ਪਿੰਡ ਦੇ ਸਰਪੰਚ ਨੇ, ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਸੀਗੇ, ਮੰਡੀ ਬੋਰਡ ਚੇਅਰਮੈਨ ਨੇ, ਸਾਰੇ ਪਹੁੰਚੇ ਸੀ ਉੱਥੇ। ਤੇ ਅੰਗਦ ਸੈਣੀ ਹੁਣ ਕੀ ਕਰ ਰਹੇ ਨੇ? ਆਜ਼ਾਦ ਤੌਰ ਦੇ ਉੱਤੇ ਚੋਣ ਲੜਨਗੇ ਜਾਂ ਫਿਰ ਬੀਜੇਪੀ ਵਾਲੇ ਪਾਸੇ ਜਾਂ ਕਿਸੇ ਹੋਰ ਪਾਸੇ ਜਾ ਸਕਦੇ ਨੇ? ਨਹੀਂ ਜਾਣਗੇ ਤਾਂ ਆਜ਼ਾਦ ਪਾਸੇ ਹੀ ਜਾਣਗੇ। ਤੁਹਾਨੂੰ ਦੱਸ ਦਈਏ ਕਿ ਹਲੇ ਤੋਂ ਖੁੱਲ ਕੇ ਨਹੀਂ ਬੋਲ ਰਹੇ। ਉਹਨਾਂ ਦਾ ਇਹ ਕਹਿਣਾ ਹੈ ਕਿ ਕੱਲ ਸਾਰੇ ਜਿਹੜੇ ਵਰਕਰ ਨੇ ਜਿਹੜੇ ਠੀਕ ਹੈ ਸ਼ੈਲੇਸ਼, ਮੇਰੇ ਨਾਲ ਬਣੇ ਰਹੋ, ਤੁਸੀਂ ਫੋਨ ਲਾਈਨ ਦੇ ਉੱਤੇ ਬਣੇ ਰਹੋ, ਮੈਂ ਤੁਹਾਡੇ ਕੋਲ ਵਾਪਸ ਆਉਣਾ ਹੈ। ਤੇ ਇਸ ਸਮੇਂ ਅੰਗਦ ਸੈਣੀ ਦਾ ਬਿਆਨ ਵੀ ਸਾਹਮਣੇ ਆਇਆ, ਕੀ ਕੁਝ ਕਹਿ ਰਹੇ ਨੇ ਅੰਗਦ ਸੈਣੀ ਉਹ ਸੁਣਵਾਉਂਦੇ ਆ ਆਪਣੇ ਦਰਸ਼ਕਾਂ ਨੂੰ। ਕਾਂਗਰਸ ਪਾਰਟੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਮੇਰੇ ਪਿਤਾ ਜੀ ਦੀ ਮੌਤ ਤੋਂ ਬਾਅਦ 2010 ਤੋਂ ਬਾਅਦ ਮੇਰੀ ਮਾਤਾ ਜੀ ਨੂੰ 2012 'ਚ ਟਿਕਟ ਦਿੱਤੀ, 2017 ਵਿੱਚ 26 ਸਾਲ ਦੀ ਉਮਰ ਵਿੱਚ ਮੈਨੂੰ ਟਿਕਟ ਦਿੱਤੀ ਔਰ ਸੇਵਾ ਕਰਨ ਦਾ ਮੌਕਾ ਦਿੱਤਾ। ਔਰ ਮੈਂ ਆਪਣੇ ਇਲਾਕੇ ਦੇ ਲੋਕਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਸ ਕਾਬਿਲ ਬਣਾਇਆ। ਸੋ ਇਹਦੇ 'ਚ ਕੋਈ ਗੱਲ ਨਹੀਂ, ਲਾਈਫ ਵਿੱਚ ਚੈਲੰਜਸ ਆਉਂਦੇ ਆ ਔਰ ਮੈਨੂੰ ਤਾਂ ਸ਼ੁਰੂ ਤੋਂ ਆਦਤ ਰਹੀ ਹੈ ਚੈਲੰਜਸ ਨੂੰ ਫੇਸ ਕਰਨ ਦੀ। ਔਰ ਅੱਜ ਕੋਈ ਕਾਂਗਰਸ ਪਾਰਟੀ ਦੀ ਮਜਬੂਰੀ ਹੋਊਗੀ ਜਿਹਦੇ ਕਰਕੇ ਉਹਨਾਂ ਨੇ ਟਿਕਟ ਨਹੀਂ ਦਿੱਤੀ, ਪਰ ਇਹ ਜਿਹੜਾ ਫੈਸਲਾ ਇਹ ਕੋਈ ਅੰਗਦ ਸਿੰਘ ਦਾ ਫੈਸਲਾ ਨਹੀਂ ਹੈ। ਅੱਜ ਵੀ ਮੈਂ ਕਿਸੇ ਨੂੰ ਘਰ ਨਹੀਂ ਸੱਦਿਆ ਸੀ, ਸਾਰੇ ਲੋਕੀ ਆਪ ਆਏ ਆ। ਜਿੰਨੇ ਵੀ ਲੋਕਾਂ ਨੇ ਆਪਣੇ ਇਲੈਕਟਡ ਲੋਕਾਂ ਨੇ ਰਿਜ਼ਾਈਨ ਦਿੱਤੇ ਆ ਇਹ ਉਹਨਾਂ ਨੇ ਆਪਣੇ ਵੱਲੋਂ ਦਿੱਤੇ, ਮੈਂ ਕਿਸੇ ਨੂੰ ਨਹੀਂ ਕੁਝ ਕਿਹਾ। ਇਸੇ ਤਰੀਕੇ ਨਾਲ ਕੱਲ ਮੇਰੇ ਖਿਆਲ ਨਾਲ ਸ਼ਾਇਦ ਕੋਈ ਵਰਕਰ ਮੀਟਿੰਗ ਬੁਲਾਈ ਗਈ ਹੈ ਵਰਕਰਸ ਵੱਲੋਂ। ਜੋ ਮੇਰੇ ਪਰਿਵਾਰ ਦਾ, ਮੇਰੇ ਵਰਕਰਾਂ ਦਾ, ਨਵਾਂ ਸ਼ਹਿਰ ਦੇ ਲੋਕਾਂ ਦਾ ਫੈਸਲਾ ਹੋਊਗਾ ਮੈਂ ਉਸ ਤੇ ਫੁੱਲ ਚਾਹੂੰਗਾ। ਤਾਂ ਅੰਗਦ ਸੈਣੀ ਕਹਿ ਰਹੇ ਨੇ ਕਿ ਜੋ ਵਰਕਰਾਂ ਦਾ ਫੈਸਲਾ ਹੋਏਗਾ ਉਸ ਦੇ ਉੱਤੇ ਹੀ ਉਹ ਫਾਈਨਲ ਮੋਹਰ ਲਗਾਉਣਗੇ। ਸ਼ੈਲੇਸ਼ ਮੇਰੇ ਨਾਲ ਜੁੜੇ ਹੋਏ ਨੇ ਸਾਡੇ ਸਹਿਯੋਗੀ। ਸ਼ੈਲੇਸ਼, ਮੇਰੀ ਆਵਾਜ਼ ਆ ਰਹੀ ਹੈ ਤੁਹਾਡੇ ਤੱਕ? ਜੀ ਸ਼ੈਲੇਸ਼, ਦੱਸੋ ਕਿ ਅੰਗਦ ਸੈਣੀ ਦਾ ਅਗਲਾ ਕੀ ਕੁਝ ਕਦਮ ਹੋ ਸਕਦਾ ਹੈ? ਇੱਥੋਂ ਕਿਹੜੇ ਉਮੀਦਵਾਰ, ਕਿਹੜੀਆਂ ਪਾਰਟੀਆਂ ਨੇ ਹੁਣ ਤੱਕ ਐਲਾਨ ਦਿੱਤੇ ਨੇ? ਜੀ ਕਾਂਗਰਸ ਦਾ ਤੁਸੀਂ ਦੇਖ ਰਹੇ ਹੋ ਕਿ ਅੱਜ ਸਫੀਰ ਪਲੀ ਚਿੱਕੀ ਨੂੰ ਐਲਾਨ ਕੀਤਾ ਗਿਆ ਹੈ
और अकाली और बीएसपी के नछत्रपाल जी ने, आम आदमी पार्टी से ललित मोहन पाठक ने, बीजेपी के हले कोई चेहरा सामने नहीं आया है। सिंह समाज मोर्चा वालों दुआबा किसान यूनियन के कुलदीप सिंह ने, ये सारे पार्टियां चुने, बीजेपी के हले कोई नहीं चेहरा सामने नहीं आया है। हो सकता है कि शायद ये जो अंगद सिंह सैनी ने कल आजाद उम्मीदवार वजो जो वर्कर ने उन्होंने फैसला करा आजाद उम्मीदवार वजो ही इन्हें इलेक्शन लड़ने। तो दस दी कि जो ताया दादा दिलबाग सिंह जी सी उसमें भी आजाद चुनाव लड़के इन्होंने इंदिरा गांधी के झोली पाया सी उन्होंने। तो ये सारे कहने दो बार कांग्रेस पार्टी ने इन्होंने परिवार को टिकट नहीं दिता से, तो इस बार तीजी बार हुआ है ये जरा टिकट नहीं दिया गया। तो ये सारे वर्कर का ये कहना है कि जरा टिकट नहीं दिया गया तो इस बार जीत के आजाद उम्मीदवार जीत के चन्नी साहब के झोली में ये टिकट पाउणगे, ये हल्का पाउणगे जी। ठीक है शैलेश, धन्यवाद साडे नाल जुड़न दे लई इस पूरी गलबात दे लई। तां अंगद सैनी टिकट कट्टी गई अंगद सैनी दी, उस तो बाद बगावत वाले सुर तां साफ तौर ते नजर आ रहे ने। कई कौंसलर उत्थे पहुंच गए, जिहड़े नगर कौंसल दे प्रधान ने उत्थे पहुंच गए, पार्टी तो अस्तीफा देने का ऐलान उन्होंने वालों कर दिता गया। तो इस विचाले अंगद सैनी कहते हुए नजर आ रहे हैं कि मेरा अगला फैसला अपने वर्करां दे फैसले दे मुताबिक होएगा। जद दी टिकट शाम की डिकलेयर हुई है, अनगिनता ही कॉलां आ रही, अनगिनता लोग अपने मैसेज सानू पहुँचा रहे आ। सारा शहर ही दुखी आ क्योंकि अंगद सिंह जिहड़ा आ एक ब्रांड आ नवां शहर का। एक बच्चे घर दे विच छोटे बच्चे नूं भी जिन्हां नूं पॉलिटिक्स का नहीं पता उन्हां नूं भी पता कि अंगद सिंह MLA आ, नहीं तो छोटे बच्चों नूं पता नहीं हुंदा कि MLA कौन आ तुहाडे इलाके दा। सो कहण दा भाव इह आ कि अंगद सिंह इज़ अ पॉपूलर नेम इन नवां शहर कॉन्स्टिचुएंसी और अंगद सिंह जिहड़े आ विनिंग कैंडीडेट सी। पिछले जिहड़े सर्वे सी वो भी दस रहे सी, जिहड़े वक्-वक् न्यूज़ चैनल ते आ रहे सी कि नवां शहर की सीट जे अंगद सिंह इलैक्शन लड़दे आ तां ओह 100% सेफली कड्ढदे आ। तो मैं हैरान हाँ कि हाई कमान ने एक एडा मंदभागा फैसला क्यों लिया कि एक